स्वागत है पीटीसी न्यूज़ ਦੇ सारे दर्शकों का। मैं हरप्रीत सिंह। खास प्रोग्राम गूंजा सिख विरसे दी लैके एक बार फिर तो थोड़े सामने हाजिर हाँ। दिल्ली दे विच होंदियां सिख गतिविधियां ते इस तो इलावा दिल्ली सिख गुरुद्वारा मैनेजमेंट कमेटी वालों धर्म के प्रचार ते प्रसार लई कीते जांदे कारजां बारे तुहानूं जानकारी देण दी इस प्रोग्राम के जरिए कोशिश की जाती है। सो प्रोग्राम की शुरुआत करते हैं गूंजा सिख विरसे दियां। दिल्ली सिख गुरुद्वारा मैनेजमेंट कमेटी के प्रधान मनजीत सिंह जीके वालों बीते दिनी सोना और एक चैक बाबा बचन सिंह कार सेवा वालियां नूं भेंट किया गया। जिक्र खास है कि बाबा बचन सिंह जी पिछले लंबे समय तो गुरुद्वारा साहब की दिख नूं होर सुंदर बनाउण लई कारज कर रहे हैं। दिल्ली ਦੇ ਇਤਿਹਾਸਿਕ ਗੁਰੂਧਾਮਾਂ ਦੇ ਵਿੱਚ ਚੱਲ ਰਹੇ ਕਾਰ ਸੇਵਾ ਦੇ ਕਾਰਜਾਂ ਨੂੰ ਸਿਰੇ ਚੜਾਉਣ ਲਈ ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਨੂੰ ਕਮੇਟੀ ਵੱਲੋਂ 1.25 ਕਰੋੜ ਰੁਪਏ ਦਾ ਚੈੱਕ, 3 ਕਿਲੋ 496 ਗ੍ਰਾਮ ਸੋਨਾ ਅਤੇ ਲਗਭਗ 11 ਕਿਲੋ ਚਾਂਦੀ ਦੇ ਚਵਰ, ਫੁੱਲਦਾਨ ਅਤੇ ਛਤਰ ਜੋ ਕਿ ਸੰਗਤਾਂ ਵੱਲੋਂ ਸਮੇਂ-ਸਮੇਂ ਤੇ ਗੁਰੂ ਦਰਬਾਰ ਵਿੱਚ ਭੇਂਟ ਕੀਤੇ ਗਏ ਸਨ ਨੂੰ ਸੌਂਪਦੇ ਹੋਏ ਭਰੋਸਾ ਦਿੱਤਾ ਕਿ ਚੱਲ ਰਹੇ ਕਾਰਜਾਂ ਵਿੱਚ ਕਿਸੇ ਪ੍ਰਕਾਰ ਦੀ ਥੋੜ ਕਮੇਟੀ ਵੱਲੋਂ ਨਹੀਂ ਆਉਣ ਦਿੱਤੀ ਜਾਵੇਗੀ। ਇੱਥੇ ਇਹ ਜ਼ਿਕਰਯੋਗ ਹੈ ਕਿ ਬਾਜ਼ਾਰ ਦੀ ਕੀਮਤ ਦੇ ਹਿਸਾਬ ਨਾਲ ਕਾਰ ਸੇਵਾ ਵਾਸਤੇ ਦਿੱਤੇ ਗਏ ਸੋਨਾ ਚਾਂਦੀ ਦੀ ਕੀਮਤ ਲਗਭਗ 1 ਕਰੋੜ 10 ਲੱਖ ਰੁਪਏ ਬਣਦੀ ਹੈ। ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਦਮਦਮਾ ਸਾਹਿਬ ਵਿੱਚ ਸੰਗਤਾਂ ਦੀ ਸੁਵਿਧਾਵਾਂ ਲਈ ਕਾਰ ਪਾਰਕਿੰਗ, ਲੰਗਰ ਹਾਲ, ਜੋੜਾ ਘਰ, ਮਲਟੀਪਰਪਜ਼ ਹਾਲ ਅਤੇ ਦਰਬਾਰ ਹਾਲ ਵਿੱਚ ਚੱਲ ਰਹੇ ਨਵੀਨੀਕਰਨ ਤੇ ਵਿਸਤਾਰ ਦੇ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਦਿੱਲੀ ਕਮੇਟੀ ਸੰਗਤਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੇ ਜਵਾਬਦੇਹੀ ਨੂੰ ਨਿਭਾਉਣ ਦੇ ਮਕਸਦ ਨਾਲ ਜਿੱਥੇ ਕਾਰ ਸੇਵਾ ਦੀ ਠੇਕੇਦਾਰੀ ਕਰਨ ਨੂੰ ਰੋਕਣ ਵਿੱਚ ਕਾਮਯਾਬ ਹੋਈ ਹੈ, ਉੱਥੇ ਹੀ ਵੱਡੇ ਫੈਸਲੇ ਸੰਗਤਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਅੰਤਰਿਮ ਬੋਰਡ ਵਿੱਚ ਪਾਸ ਕਰਕੇ ਲਏ ਜਾ ਰਹੇ ਹਨ। ਗੁਰਦੁਆਰਾ ਕਮੇਟੀ ਦੀ ਹਮੇਸ਼ਾ ਪ੍ਰਥਾ ਰਹੀ ਹੈ ਕਿ ਜਿਹੜਾ ਸੋਨਾ ਚਾਂਦੀ ਸਾਡੇ ਕੋਲ ਆਂਦਾ ਉਹ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਦਿੱਤਾ ਜਾਂਦਾ ਔਰ ਬਾਬਾ ਹਰਬੰਸ ਸਿੰਘ ਜੀ ਦੇ ਜਿਹੜੀ ਸੰਸਥਾ ਹੈ ਬਾਬਾ ਬਚਨ ਜੀ, ਬਾਬਾ ਸੁਰਿੰਦਰ ਜੀ ਔਰ ਉਹਨਾਂ ਦੇ ਹੋਰ ਸਾਥੀ ਦਿੱਲੀ ਦੇ ਵਿੱਚ 1974-75 ਤੋਂ ਸਾਰੇ ਗੁਰਦੁਆਰੇ ਸਾਹਿਬਾਨ ਦੀ ਸੇਵਾ ਕਰਦੇ ਨੇ ਔਰ ਜਿੱਥੇ ਸੋਨਾ ਲੱਗਣਾ ਹੁੰਦਾ ਇਹ ਸੋਨਾ ਚਾਂਦੀ ਉੱਥੇ ਵਰਤਿਆ ਜਾਂਦਾ ਔਰ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਜਿਹੜਾ ਬੈਲੈਂਸ ਕੰਮ ਹੈ ਉਸ ਨੂੰ ਪੂਰਾ ਕੀਤਾ ਜਾਏਗਾ ਔਰ ਇਹਨਾਂ ਨੂੰ ਅੱਜ ਕੈਸ਼ ਵੀ ਦਿੱਤਾ ਗਿਆ, ਚੈੱਕ ਵੀ ਦਿੱਤਾ ਗਿਆ ਤੇ ਇਹ ਸਾਰੇ ਜਿਹੜੇ ਪ੍ਰੋਜੈਕਟ ਬਾਬੇ ਚਲਾ ਰਹੇ ਨੇ ਉਹ ਭਾਵੇਂ ਦਮਦਮਾ ਸਾਹਿਬ ਹੋਵੇ, ਮੋਤੀ ਬਾਗ ਸਾਹਿਬ ਹੋਣ, ਬੰਗਲਾ ਸਾਹਿਬ ਹੋਣ ਔਰ ਸੀਸਗੰਜ ਸਾਹਿਬ ਇੱਕ ਬਹੁਤ ਵੱਡਾ ਪ੍ਰੋਜੈਕਟ ਉੱਥੇ ਆ ਰਿਹਾ ਕਿਉਂਕਿ ਕਾਫੀ ਜਗ੍ਹਾ ਸਾਡੇ ਕੋਲ ਕੋਤਵਾਲੀ ਦੀ ਹੈ ਜਿਸ ਨੂੰ ਪਲਾਨ ਕਰਨ ਦੀ ਲੋੜ ਹੈ। ਉਹਦੇ ਨਕਸ਼ੇ ਵਗੈਰਾ ਬਣ ਕੇ ਆ ਗਏ ਨੇ ਤੇ ਸਾਡੀ ਬਿਲਡਿੰਗ ਕਮੇਟੀ ਸਰ ਭੋਗਲ ਜੀ ਔਰ ਉਹਨਾਂ ਦੀ ਟੀਮ ਜਿਹੜੀ ਹੈ ਉਹ ਬਾਬਿਆਂ ਦੇ ਨਾਲ ਕੋਆਰਡੀਨੇਸ਼ਨ ਦੇ ਨਾਲ ਜਿਹੜੇ ਵੀ ਪ੍ਰੋਫੈਸ਼ਨਲ ਆਰਕੀਟੈਕਟ ਹਾਇਰ ਕਰਨੇ ਨੇ ਉਹਨੂੰ ਕਰਨ ਤੋਂ ਬਾਅਦ ਇਹ ਸੇਵਾ ਜਿਹੜੀ ਹੈ ਨਿਭਾਈ ਜਾਏਗੀ। ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਸੁਰਿੰਦਰ ਸਿੰਘ ਜੀ ਨੇ ਦਿੱਲੀ ਕਮੇਟੀ ਵੱਲੋਂ ਪ੍ਰਾਪਤ ਮਾਇਆ ਤੇ ਸੋਨੇ ਚਾਂਦੀ ਦੀਆਂ ਸੇਵਾਵਾਂ ਨੂੰ ਕਬੂਲਦੇ ਹੋਏ ਕਮੇਟੀ ਦਾ ਧੰਨਵਾਦ ਕੀਤਾ। ਜਿਵੇਂ ਕਿ ਪਤਾ ਹੈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅੱਗੇ ਵੀ ਸਮੇਂ-ਸਮੇਂ ਤੇ ਕਾਰ ਸੇਵਾ ਦੀ ਆਪਣੇ ਤੋਂ ਮਾਇਕ ਤੌਰ ਤੇ ਮਦਦ ਕਰਦੇ ਨੇ। ਉਸੇ ਤਰ੍ਹਾਂ ਅੱਜ ਪ੍ਰਧਾਨ ਸਾਹਿਬ ਨੇ ਵੀ ਜੋ ਇਹਨਾਂ ਨੂੰ ਚੜ੍ਹ ਚਲੀ ਹੀ ਸੋਨਾ ਚਾਂਦੀ ਅਤੇ ਮਾਇਆ ਜਿਹੜੇ ਵੀ ਪ੍ਰੋਜੈਕਟ ਕਾਰ ਸੇਵਾ ਦੇ ਚੱਲੇ ਨੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅੰਦਰ ਮੈਨੇਜਮੈਂਟ ਗੁਰਦੁਆਰਾ ਸਾਹਿਬ ਦੇ ਉਹਦੇ 'ਚ ਸਹਾਇਤਾ ਤੌਰ ਤੇ ਅੱਗੇ ਵੀ ਕਰਦੇ ਨੇ, ਹੁਣ ਵੀ ਕਰ ਰਹੇ ਨੇ। ਮੈਂ ਸਮੂਹ ਸੰਗਤ ਦਾ, ਪ੍ਰਧਾਨ ਸਾਹਿਬ, ਸਮੂਹ ਕਮੇਟੀ ਮੈਂਬਰਾਂ ਦਾ ਸਭ ਦਾ ਧੰਨਵਾਦ ਕਰਦਾ ਹਾਂ। ਉਹ ਸਮੇਂ-ਸਮੇਂ ਆਪਣਾ ਕੀਮਤੀ ਟਾਈਮ ਦੇ ਕੇ ਆਪਣੇ ਸੁਝਾਅ ਦੇ ਕੀਮਤੀ ਦੇ ਕੇ ਇਸ ਕਾਰ ਸੇਵਾ 'ਚ ਹਿੱਸਾ ਪਾਉਂਦੇ ਨੇ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਪੋਗਲ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗੁਰੂ ਧਾਮਾਂ ਵਿੱਚ ਚੱਲ ਰਹੀ ਕਾਰ ਸੇਵਾ ਨੂੰ ਨੇਪਰੇ ਚਾੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਹਰਬੰਸ ਸਿੰਘ ਜੀ ਦੇ ਵਸੋਏ ਬਾਬਾ ਬਚਨ ਜੀ ਔਰ ਬਾਬਾ ਸੁਰਿੰਦਰ ਜੀ ਨੂੰ 1.25 ਕਰੋੜ ਰੁਪਏ ਦਾ ਚੈੱਕ ਔਰ ਤਕਰੀਬਨ 3 ਕਿਲੋ 450 ਗ੍ਰਾਮ ਦੇ ਕਰੀਬ ਸੋਨਾ और 12 किलोग्राम के करीब चांदी जो है दी गई है। यह सतगुरु सच्चे पातशाह की अपार कृपा सदका बाबा जी जो गुरधामां की सेवा दिल्ली दे विच करवा रहे हैं इस दे विच किसी तरह के प्रमाण की लोड़ कोई नहीं।
ਇਹ ਪ੍ਰਤੱਖ ਹੈ ਕਿ ਵੀ ਜੋ ਬਾਬਾ ਜੀ ਸੇਵਾ ਕਰ ਰਹੇ ਨੇ ਉਹ ਮੈਂ ਸਮਝਦਾ ਕਿ ਹੋਰ ਕੋਈ ਸੇਵਾ ਨਹੀਂ ਕਰ ਸਕਦਾ। ਔਰ ਅੱਗੇ ਵੀ ਜਿਸ ਤਰ੍ਹਾਂ ਬਾਬਾ ਜੀ ਹੁਕਮ ਕਰਨਗੇ, ਜਿਸ ਤਰ੍ਹਾਂ ਜਿੰਨੀ ਕੁ ਸਮਰੱਥਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੋ ਪਾਏਗੀ ਉਹ ਅਸੀਂ ਕਰਦੇ ਰਹਾਂਗੇ। ਬਾਬਾ ਬਚਨ ਸਿੰਘ ਹੋਰਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਜੋ ਤਿਲ ਫੁੱਲ ਸੰਗਤ ਦੁਆਰਾ ਦਿੱਤਾ ਗਿਆ ਸੀ, ਭਾਵੇਂ ਉਹ ਸੋਨਾ ਸੀ ਭਾਵੇਂ ਪੈਸਾ ਸੀ, ਉਹ ਅੱਜ ਬਾਬਾ ਬਚਨ ਸਿੰਘ ਦੇ ਹਵਾਲੇ ਕੀਤਾ ਗਿਆ ਹੈ। ਬਾਬਾ ਹਰਬੰਸ ਸਿੰਘ ਹੋਰਾਂ ਦੇ ਜੇ ਦਰਸਾਏ ਹੋਏ ਬਾਬਾ ਬਚਨ ਜੀ ਹਨ, ਉਹਨਾਂ ਨੇ ਜੋ ਅੱਜ ਕਾਰ ਸੇਵਾ ਚੱਲ ਰਹੀ ਹੈ, ਬਾਬਾ ਜੀ ਲਗਾਤਾਰ ਸੇਵਾ ਕਰਦੇ ਪਏ ਹਨ। ਦਿੱਲੀ ਕਮੇਟੀ ਜਿੱਥੇ ਧਰਮ ਦੇ ਪ੍ਰਸਾਰ ਤੇ ਪ੍ਰਚਾਰ ਲਈ ਨਿਤ ਨਵੀਆਂ ਪੁਲਾਂਘਾਂ ਪੁੱਟ ਰਹੀ ਹੈ, ਉੱਥੇ ਹੀ ਗੁਰਦੁਆਰੇ ਸਾਹਿਬਾਨਾਂ ਦੀ ਦਿੱਖ ਨੂੰ ਹੋਰ ਖੂਬਸੂਰਤ ਬਣਾਉਣ ਲਈ ਅਤੇ ਸੰਗਤਾਂ ਲਈ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਦਿੱਲੀ ਕਮੇਟੀ ਵਚਨਬੱਧ ਵੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹਰ ਵਾਅਦੇ ਨੂੰ ਪੂਰਾ ਕਰਨ ਅਤੇ ਉਹਨਾਂ ਦੀ ਪਾਰਦਰਸ਼ਤਾ ਪ੍ਰਤੀ ਹੋਂਦ ਦੇ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਵਚਨਬੱਧ ਰਹੀ ਹੈ। ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਕਈ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ ਨੇ। ਸੋ ਸਾਲ 2013 ਦਾ ਲੇਖਾ ਜੋਖਾ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਉਹ ਸੰਸਥਾ ਜਿਸ ਦੇ ਪ੍ਰਬੰਧ ਹੇਠ ਦਿੱਲੀ ਦੇ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਤਾਂ ਆਉਂਦੇ ਹੀ ਨੇ, ਨਾਲ ਹੀ ਵਿਦਿਅਕ ਅਦਾਰੇ ਅਤੇ ਸਮੇਂ-ਸਮੇਂ ਤੇ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਵੀ ਦਿੱਲੀ ਕਮੇਟੀ ਅੱਗੇ ਆਉਂਦੀ ਹੈ। ਸਾਲ 2013 ਦਾ ਲੇਖਾ ਜੋਖਾ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਸਾਲ 2013 ਦੇ ਵਿੱਚ ਚੋਣ ਵਾਅਦਿਆਂ ਨੂੰ ਪੂਰਾ ਕਰਨ ਅਤੇ ਗੁਰਦੁਆਰਾ ਪ੍ਰਬੰਧ ਨੂੰ ਪਾਰਦਰਸ਼ੀ ਬਣਾਏ ਜਾਣ ਵੱਲ ਉਚੇਚਾ ਧਿਆਨ ਦਿੱਤਾ ਗਿਆ। ਕਮੇਟੀ ਦੇ ਮੁਤਾਬਕ ਵਣਜਾਰੇ, ਸਿਕਲੀਗਰਾਂ, ਰੰਗਰੇਟਿਆਂ, ਲੁਬਾਣਿਆਂ ਆਦਿ ਫਿਰਤੂ ਬਰਾਦਰੀਆਂ ਨੂੰ ਸਿੱਖ ਸਮਾਜ ਦੇ ਘੇਰੇ ਦੇ ਵਿੱਚ ਲਿਆਉਣ ਅਤੇ ਸਰਕਾਰੀ ਸਹੂਲਤਾਂ ਦਿਵਾਉਣ ਲਈ ਕਮੇਟੀ ਪ੍ਰਬੰਧਕਾਂ ਵੱਲੋਂ ਕਈ ਸਾਰਥਕ ਉਪਰਾਲੇ ਕੀਤੇ ਗਏ ਅਤੇ ਨਾਲ ਹੀ ਇਹਨਾਂ ਦੀ ਵਸੋਂ ਵਾਲੇ ਇਲਾਕਿਆਂ ਦੇ ਵਿੱਚ ਗੁਰਮਤ ਪ੍ਰਚਾਰ ਕੇਂਦਰ ਸਥਾਪਿਤ ਕੀਤੇ ਜਾਣ ਦਾ ਫੈਸਲਾ ਵੀ ਲਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਕਮੇਟੀ ਦੇ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਅੰਮ੍ਰਿਤਧਾਰੀ ਬੱਚਿਆਂ ਦੀਆਂ ਫੀਸਾਂ ਮਾਫ ਕਰਨ ਦਾ ਉਪਰਾਲਾ ਆਰੰਭਣ ਦਾ ਦਾਅਵਾ ਕੀਤਾ ਗਿਆ। ਇਸ ਤੋਂ ਇਲਾਵਾ ਨਵੰਬਰ 84 ਦੇ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਫੀਸ ਮਾਫੀ, ਮੁਫਤ ਕਿਤਾਬਾਂ ਅਤੇ ਵਿਧਵਾਵਾਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਵੀ ਕੀਤਾ ਗਿਆ। ਵਿਦਿਅਕ ਅਦਾਰਿਆਂ ਦੇ ਵਿੱਚ ਮੈਰਿਟ ਤੇ ਦਾਖਲੇ ਅਤੇ ਨਵੇਂ ਸਟਾਫ ਦੀ ਭਰਤੀ ਕਰਨ ਦੀ ਨੀਤੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਸਥਾਪਿਤ ਕਰਨ ਦੇ ਯੋਗ ਬਣਾਉਣ ਦੇ ਉਪਰਾਲੇ ਕੀਤੇ ਗਏ। ਪ੍ਰਬੰਧਕਾਂ ਦੇ ਮੁਤਾਬਕ ਧਰਮ ਪ੍ਰਚਾਰ ਕਮੇਟੀ ਵੱਲੋਂ ਦਿੱਲੀ ਸਮੇਤ ਹੋਰਨਾਂ ਸੂਬਿਆਂ ਦੇ ਵਿੱਚ ਅੰਮ੍ਰਿਤ ਸੰਚਾਰ ਸਮਾਗਮਾਂ ਦਾ ਆਯੋਜਨ ਕਰਨ ਤੋਂ ਇਲਾਵਾ ਸਿੱਖ ਪ੍ਰਚਾਰਕ ਲਈ ਸਿੱਖ ਵਿਰਸਾ, ਅਨਹਦ ਨਾਦ, ਕੌਣ ਬਣੇਗਾ ਗੁਰਮੁਖ ਪਿਆਰਾ ਅਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮੁਕਾਬਲੇ ਕਰਵਾਏ ਗਏ। ਇਤਿਹਾਸਿਕ ਗੁਰਧਾਮਾਂ ਤੇ ਦਰਸ਼ਨਾਂ ਲਈ ਸੰਗਤਾਂ ਲਈ ਮੁਫਤ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ। ਸ੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਕਾਇਮ ਕਰਨ ਦੇ ਉਪਰਾਲੇ ਆਰੰਭਣ ਤੋਂ ਇਲਾਵਾ ਗੁਰਦੁਆਰਾ ਕਮੇਟੀ ਦੇ ਪੱਕੇ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ 35% ਦਾ ਇਜ਼ਾਫਾ ਕੀਤਾ ਗਿਆ। ਇਸ ਤੋਂ ਇਲਾਵਾ ਦਿਹਾੜੀਦਾਰ ਤੇ ਕੱਚੇ ਮੁਲਾਜ਼ਮਾਂ ਦੀ ਉਜਰਤ ਦੇ ਵਿੱਚ 50% ਦਾ ਵਾਧਾ ਕੀਤਾ ਗਿਆ। ਕਮੇਟੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਮੁਲਾਜ਼ਮਾਂ ਨੂੰ ਬੇਟੀ ਦੇ ਆਨੰਦ ਕਾਰਜ ਸਮੇਂ 51000 ਰੁਪਏ ਸ਼ਗਨ ਵਜੋਂ ਦੇਣ ਦੇ ਫੈਸਲੇ ਨੂੰ ਕਮੇਟੀ ਨੇ ਅਮਲ ਦੇ ਵਿੱਚ ਲਿਆਂਦਾ ਹੈ। ਸੋ ਕੁੱਲ ਮਿਲਾ ਕੇ ਸਾਲ 2013 ਦਾ ਲੇਖਾ ਜੋਖਾ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਆਪਣੇ ਪ੍ਰਬੰਧਕੀ ਕਾਲਦੇ ਨੂੰ ਸ਼ਾਨਾਮਤਾ ਦੱਸਿਆ। ਭਾਵੇਂ ਕਿ ਪੂਰੀ ਦੁਨੀਆ ਦੇ ਵਿੱਚ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਚੁੱਕਾ ਹੈ, ਪਰ ਫਿਰ ਵੀ ਦਿੱਲੀ ਦੇ ਵਿੱਚ ਵੱਖ-ਵੱਖ ਧਾਰਮਿਕ ਸੰਸਥਾਵਾਂ ਤੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵੱਲੋਂ ਨਗਰ ਕੀਰਤਨ ਤੇ ਕੀਰਤਨ ਸਮਾਗਮਾਂ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਤਹਿਤ ਬੀਤੇ ਦਿਨੀ ਗੁਰਦੁਆਰਾ ਕਰੋਲ ਬਾਗ ਵੱਲੋਂ ਇੱਕ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ, ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਬੀਤੇ ਦਿਨੀ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਵਸਦੀ ਸਿੱਖ ਕੌਮ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਪਰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਹਲੇ ਵੀ ਥਾਂ-ਥਾਂ ਨਗਰ ਕੀਰਤਨ ਅਤੇ ਕੀਰਤਨ ਦਰਬਾਰਾਂ ਦਾ ਸਿਲਸਿਲਾ ਜਾਰੀ ਹੈ। ਇਸੇ ਦੇ ਚਲਦਿਆਂ ਬੀਤੇ ਦਿਨੀ ਦਿੱਲੀ ਦੇ ਕਰੋਲ ਬਾਗ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਅਨੰਦ ਪਰਬਤ ਇਲਾਕੇ ਤੋਂ ਸ਼ੁਰੂ ਹੋ ਕੇ ਕਰੋਲ ਬਾਗ ਅਤੇ ਗੁਫਾਰ ਮਾਰਕੀਟ ਪਹੁੰਚਿਆ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ। ਪੰਜਾਂ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਵਿਸ਼ਾਲ ਨਗਰ ਕੀਰਤਨ ਸ਼ੁਰੂ ਹੋਇਆ। ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨੇ ਗੱਤਕੇ ਦੇ ਜੰਗੀ ਕਰਤੱਵ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਇਸ ਤੋਂ ਇਲਾਵਾ ਇਸ ਨਗਰ ਕੀਰਤਨ ਦੇ ਵਿੱਚ ਉਚੇਚੇ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਇਸ ਮੌਕੇ ਤੇ ਪੂਰੀ ਸਿੱਖ ਕੌਮ ਨੂੰ ਵਧਾਈ ਦਿੱਤੀ। ਸੋ ਅਜਿਹੇ ਨਗਰ ਕੀਰਤਨ ਤੇ ਅਜਿਹੇ ਉਤਸਵ ਸਬਬ ਬਣਦੇ ਨੇ ਸਿੱਖ ਕੌਮ ਦੇ ਸ਼ਾਨਮਈ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਦਾ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਵੀ ਸਾਡੀ ਖਾਸ ਪੇਸ਼ਕਸ਼ ਗੂੰਜਾ ਸਿੱਖ ਵਿਰਸੇ ਦੀਆਂ ਜਾਰੀ ਰਹੇਗੀ। ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਅਸਥਾਨ ਚਾਂਦੀ ਚੌਕ ਦੀ ਇਤਿਹਾਸਿਕ ਵਿਸ਼ੇਸ਼ਤਾ ਨੂੰ ਸੰਭਾਲਦਿਆਂ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਨਾਲ ਹੀ ਇੱਕ ਇਤਿਹਾਸਿਕ ਅਜਾਇਬ ਘਰ ਦੀ ਸਥਾਪਨਾ ਕੀਤੀ ਗਈ ਹੈ। ਭਾਈ ਮਤੀ ਦਾਸ ਜੀ ਦੇ ਨਾਮ ਨਾਲ ਉਸਾਰੀ ਗਈ ਇਸ ਬਿਲਡਿੰਗ ਦੇ ਵਿੱਚ ਸੁੰਦਰ ਤਸਵੀਰਾਂ ਨਾਲ ਸੁਸ਼ੋਭਿਤ ਇਹ ਅਜਾਇਬ ਘਰ ਸਿੱਖ ਕੌਮ ਦੇ ਗੌਰਵਮਈ, ਕੀਮਤੀ ਅਤੇ ਇਤਿਹਾਸਿਕ ਖਜ਼ਾਨੇ ਨੂੰ ਸਾਂਭੀ ਬੈਠਾ ਹੈ। ਅਜਾਇਬ ਘਰ ਇੱਕ ਅਜਿਹਾ ਅਸਥਾਨ ਜਿੱਥੇ ਕੌਮਾਂ ਦੇ ਗੌਰਵਮਈ, ਕੀਮਤੀ ਅਤੇ ਇਤਿਹਾਸਿਕ ਖਜ਼ਾਨੇ ਨੂੰ ਇੱਕੋ ਛੱਤ ਹੇਠਾਂ ਸਾਂਭ ਕੇ ਰੱਖਿਆ ਜਾਂਦਾ ਹੈ। ਇੱਕ ਬਹੁਤ ਮਸ਼ਹੂਰ ਕਹਾਣੀ ਹੈ ਕਿ ਇੱਕ ਪਠਾਨ ਨੂੰ ਕਿਸੇ ਕਵੀ ਨੇ ਰੰਗਾਂ ਦਾ ਬ੍ਰਸ਼ ਹੱਥ ਦੇ ਵਿੱਚ ਫੜੀ ਵੇਖ ਆਖਿਆ ਕਿ ਪਠਾਣਾ ਤੇਰੇ ਹੱਥ ਦੇ ਵਿੱਚ ਤਲਵਾਰ ਸੋਭਦੀ ਹੈ, ਬ੍ਰਸ਼ ਨਹੀਂ। ਤਾਂ ਅੱਗੋਂ ਪਠਾਨ ਨੇ ਜਵਾਬ ਦਿੱਤਾ ਕਿ ਤੂੰ ਵੇਖੀ, ਮੇਰਾ ਬ੍ਰਸ਼ ਇੱਕ ਅਜਿਹਾ ਇਤਿਹਾਸ ਚਿਤਰੇਗਾ ਜਿਸ ਨੂੰ ਵੇਖਦਿਆਂ, ਮਹਿਸੂਸ ਕਰਦਿਆਂ ਤੇਰੇ ਹੱਥ ਆਪਣੇ ਆਪ ਤਲਵਾਰ ਚੁੱਕ ਲੈਣਗੇ। ਸੋ ਇਸੇ ਆਸ਼ੇ ਨੂੰ ਮੁੱਖ ਰੱਖਦੇ ਹੋਇਆਂ ਅੱਜ ਅਸੀਂ ਤੁਹਾਨੂੰ ਚਾਂਦਨੀ ਚੌਕ ਵਿਖੇ ਸੁਸ਼ੋਭਿਤ ਇਤਿਹਾਸਿਕ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਮੌਜੂਦ ਸ੍ਰੀ ਗੁਰੂ ਤੇਗ ਬਹਾਦਰ ਸਿੱਖ ਅਜਾਇਬ ਘਰ ਦੇ ਦਰਸ਼ਨ ਦਿਦਾਰੇ ਕਰਾਵਾਂਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਭਾਈ ਮਤੀ ਦਾਸ ਭਵਨ ਉਸਾਰਨ ਦਾ ਉਪਰਾਲਾ ਕਰਕੇ ਖੂਬਸੂਰਤ ਬਿਲਡਿੰਗ ਉਸਾਰੀ, ਜਿੱਥੇ 11 ਨਵੰਬਰ 1675 ਈਸਵੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਅਨੰਤ ਸੇਵਕ ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਇਤਿਹਾਸ ਦੇ ਵਿੱਚ ਇਸ ਘਟਨਾ ਨੂੰ ਸਦੀਵੀ ਸਾਂਭਣ ਅਤੇ ਯਾਦ ਤਾਜ਼ਾ ਕਰਨ ਦੇ ਲਈ ਇੱਕ ਵਿਸ਼ੇਸ਼ ਉਪਰਾਲਾ ਕਰਕੇ ਭਾਈ ਮਤੀ ਦਾਸ ਭਵਨ ਉਸਾਰਿਆ ਗਿਆ। ਇਹ ਜੋ ਮਿਊਜ਼ੀਅਮ ਆਪ ਜੀ ਦੇਖ ਰਹੇ ਹੋ, ਦੇਖਿਆ ਆਪਨੇ, ਇਹ ਸਨ 2001 ਦੇ ਵਿੱਚ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਤਿਆਰ ਕੀਤਾ ਗਿਆ ਸੀ। ਕਿਉਂਕਿ ਦਿੱਲੀ ਦੀ ਜਿੰਨੀ ਵੀ ਸੰਗਤ ਹੈ ਜਾਂ ਆਲ ਵਰਲਡ ਤੋਂ ਜਿੰਨੀ ਵੀ ਸੰਗਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਪਵਿੱਤਰ ਸ਼ਹੀਦੀ ਸਥਾਨ ਤੇ ਨਤਮਸਤਕ ਹੁੰਦੀ ਹੈ, ਉਹਨਾਂ ਨੂੰ ਇਤਿਹਾਸ ਨਾਲ ਜੋੜਨ ਵਾਸਤੇ ਔਰ ਜੋ ਇਸ ਚਾਂਦਨੀ ਚੌਕ ਦਾ ਇਤਿਹਾਸ ਹੈ ਉਸ ਨੂੰ ਦਰਸਾਉਣ ਵਾਸਤੇ ਇਹ ਮਿਊਜ਼ੀਅਮ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੰਗੇ ਚਿੱਤਰਕਾਰਾਂ ਦੀ ਸਹਾਇਤਾ ਨਾਲ ਅੱਛੇ ਚਿੱਤਰ ਬਣਾਏ ਗਏ ਹਨ। ਔਰ ਇਤਿਹਾਸ ਜੋ ਕਿ ਹਮੇਸ਼ਾ ਆਪਾਂ ਪੜ੍ਹਦੇ ਹਾਂ ਜਾਂ ਆਪਣੀਆਂ ਤਸਵੀਰਾਂ ਰਾਹੀਂ ਉਹਨਾਂ ਨੂੰ ਬਿਆਨ ਕਰਦੇ ਹਾਂ, ਉਸ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਚੰਗਾ ਉਪਰਾਲਾ ਕੀਤਾ ਗਿਆ ਹੈ। ਦੇਸ਼ਾਂ ਵਿਦੇਸ਼ਾਂ ਵਿੱਚੋਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਇੱਥੇ ਆਣ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੀ ਹੈ, ਤਾਂ ਉਹ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਨਤਮਸਤਕ ਹੁੰਦਿਆਂ ਹੋਇਆਂ ਇਹ ਜ਼ਰੂਰ ਦੇਖਣਾ ਚਾਹੁੰਦੀ ਹੈ ਕਿ ਇਸ ਸ਼ਹੀਦੀ ਸਥਾਨ ਦੇ ਉੱਤੇ ਕਿਹੋ ਜਿਹਾ ਸ਼ਹੀਦੀ ਸਾਕਾ ਹੋਇਆ ਹੋਵੇਗਾ, ਉਸ ਨੂੰ ਬਿਆਨ ਕਰਦਾ ਹੋਇਆ ਇਹ ਜੋ ਅਸੀਂ ਅਜਾਇਬ ਘਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਇਆ ਗਿਆ ਹੈ। ਪ੍ਰਾਣੀ ਦੀ ਇਹ ਇੱਛਾ ਹੁੰਦੀ ਹੈ, ਚਾਹੇ ਉਹ ਦੇਸ਼ ਵਿੱਚ ਬੈਠਾ ਚਾਹੇ ਵਿਦੇਸ਼ ਵਿੱਚ ਬੈਠਾ ਹੈ, ਕਿ ਦਿੱਲੀ ਵਿੱਚ ਇਹਦੋਂ ਵੱਡੀ ਮਿਸਾਲ ਕੋਈ ਨਹੀਂ ਆ, ਜਿਸ ਦੇ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬਲੋ ਕਲੂਮੇ ਸਾਕਾ ਦੇ ਮਹਾਵਾਕਾਂ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਹਿੰਦੁਸਤਾਨ ਦੀ ਲੱਥਦੀ ਹੋਈ ਪੱਤ ਨੂੰ ਹਿੰਦੂਆਂ ਨੂੰ ਮੁਸਲਮਾਨ ਤੋਂ ਬਣ ਤੋਂ ਰੋਕਣ ਵਾਸਤੇ ਆਪਣੀ ਸ਼ਹੀਦੀ ਦਿੱਤੀ। ਇਹ ਉਸ ਨੂੰ ਸਮਰਪਿਤ ਹੈ। ਇਸ ਵਾਰ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਤਹਿਤ ਤੁਹਾਡੇ ਲਈ ਲੈ ਕੇ ਆਏ ਹਾਂ ਸਿੱਖ ਕੌਮ ਦੇ ਨਾਲ ਜੁੜੀਆਂ ਖਾਸ ਇਤਿਹਾਸਿਕ ਜਾਣਕਾਰੀਆਂ। ਇਸ ਵਾਰ ਤੁਹਾਨੂੰ ਅਸੀਂ ਦੱਸਾਂਗੇ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਬਘੇਲ ਸਿੰਘ ਬਾਰੇ ਕਿ ਕਿਵੇਂ ਉਹਨਾਂ ਨੇ ਦਿੱਲੀ ਦੇ ਵਿੱਚ ਲਾਲ ਕਿਲ੍ਹੇ ਤੇ ਫਤਿਹ ਹਾਸਲ ਕੀਤੀ। ਇਸ ਸਭ ਦੀ ਜਾਣਕਾਰੀ ਦੇ ਰਹੇ ਨੇ ਸਰਦਾਰ SS ਸੋਢੀ।
ਜਿੱਥੇ ਮੈਂ ਖੜਾ ਹਾਂ ਇਹ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦੇ ਵਿੱਚ ਸਥਿਤ ਹੈ ਤੇ ਦਿੱਲੀ ਦੇ ਇਸ ਤਰ੍ਹਾਂ ਕਈ ਇਤਿਹਾਸਿਕ ਸਿੱਖ ਗੁਰਦੁਆਰੇ ਹਨ ਜਿਨ੍ਹਾਂ ਵਿੱਚ ਗੁਰੂ ਸਾਹਿਬਾਂ ਦੀ ਫੇਰੀ ਤੇ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਜੁੜੀਆਂ ਹੋਈਆਂ ਹਨ। ਸਿੱਖ ਕੌਮ ਨੂੰ ਇਹਨਾਂ ਦੇ ਇਤਿਹਾਸ ਬਾਰੇ ਕਾਫੀ ਜਾਣਕਾਰੀ ਹੈ, ਪਰ ਇਸ ਇਤਿਹਾਸ ਦੇ ਪਿੱਛੇ ਇੱਕ ਹੋਰ ਡੂੰਘਾ ਇਤਿਹਾਸ ਛੁਪਿਆ ਹੋਇਆ ਕਿ 16ਵੀਂ 17ਵੀਂ 18ਵੀਂ ਸ਼ਤਾਬਦੀ ਦੇ ਦੌਰਾਨ ਮੁਗਲਾਂ ਦਾ ਰਾਜ ਸੀ, ਇਸਲਾਮ ਇੱਕ ਜ਼ੋਰ ਤੇ ਸੀ। ਉਸ ਵਕਤ ਸਿੱਖ ਯਾਦਗਾਰਾਂ ਕਿਵੇਂ ਬਣੀਆਂ, ਇਹ ਗੁਰਦੁਆਰੇ ਕਿਵੇਂ ਉਸਾਰੇ ਗਏ। ਅਗਰ ਇਤਿਹਾਸ ਦੇ ਅਸੀਂ ਪੰਨੇ ਫਲੋਰੀਏ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਗੁਰਦੁਆਰੇ ਯਾਦਗਾਰਾਂ ਦੇ ਪਿੱਛੇ ਇੱਕ ਵੱਡੀ ਸ਼ਖਸੀਅਤ ਸੀ। ਜੀ ਮੈਂ ਗੱਲ ਕਰ ਰਿਹਾ ਸਿੱਖ ਕੌਮ ਦੇ ਇੱਕ ਵੱਡੇ ਯੋਧਾ ਜਰਨੈਲ ਸਰਦਾਰ ਬਘੇਲ ਸਿੰਘ ਦੀ। 18ਵੀਂ ਸ਼ਤਾਬਦੀ ਦੇ ਦੌਰਾਨ ਉਹਨਾਂ ਨੇ ਦਿੱਲੀ ਤੇ ਕਈ ਵਾਰ ਹਮਲਾ ਬੋਲਿਆ, ਪਰ ਜਿਹੜਾ ਹਮਲਾ ਉਹਨਾਂ ਨੇ ਮਾਰਚ 1783 ਦੇ ਦੌਰਾਨ ਬੋਲਿਆ, ਬਾਕੀ ਮਿਸਲਾਂ ਦੀ ਵੀ ਅਗਵਾਈ ਕੀਤੀ, ਮੁਗਲ ਫੌਜਾਂ ਨੂੰ ਇੱਕ ਬਹੁਤ ਵੱਡੀ ਹਾਰ ਦਿੱਤੀ ਤੇ ਦਿੱਲੀ ਵਿੱਚ ਸਿੱਖ ਫੌਜ ਲੈ ਕੇ ਉਹ ਦਾਖਲ ਹੋਏ। ਉਹਨਾਂ ਨੇ ਇੱਕ ਟੁਕੜੀ 5000 ਸਿੱਖਾਂ ਦੀ ਮੰਜਲੂ ਟਿੱਲੇ ਵਿਖੇ ਪੜਾਅ ਕਰਾਈ, ਦੂਜੀ ਟੁਕੜੀ 5000 ਸਿੱਖਾਂ ਦੀ ਅਜਮੇਰੀ ਗੇਟ 'ਤੇ ਤੈਨਾਤ ਕਰਾਈ ਤੇ 30000 ਸਿੱਖਾਂ ਦੀ ਇੱਕ ਟੁਕੜੀ ਉਸ ਥਾਂ ਤੇ ਤੈਨਾਤ ਕੀਤੀ ਗਈ ਜਿਹਨੂੰ ਅੱਜ 30 ਹਜ਼ਾਰੀ ਕਹਿੰਦੇ ਨੇ। ਦਿੱਲੀ ਦੀ ਜਿਹੜੀ 30 ਹਜ਼ਾਰੀ ਥਾਂ ਹੈ ਇਹ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਇਹਦੀ ਇੱਕ ਮਹਾਨਤਾ ਹੈ। ਉਹਦੇ ਬਾਅਦ ਉਹ ਬਾਕੀ ਫੌਜਾਂ ਨੂੰ ਲੈ ਕੇ ਲਾਲ ਕਿਲੇ ਵਿੱਚ ਦਾਖਲ ਹੋਏ, ਕੇਸਰੀ ਝੰਡਾ ਲਹਿਰਾਇਆ ਤੇ ਖਾਲਸਾ ਰਾਜ ਸਥਾਪਿਤ ਕੀਤਾ। ਉਹ ਸਮਾਂ ਉੱਦਾਂ ਦਾ ਸੀ ਕਿ ਜਦੋਂ ਸ਼ਾਹ ਆਲਮ ਦਿੱਲੀ ਦਾ ਰਾਜਾ, ਹਿੰਦੁਸਤਾਨ ਦਾ ਰਾਜਾ ਆਪਣੀ ਜਾਨ ਦੀ ਭੀਖ ਮੰਗ ਰਿਹਾ ਸੀ। ਪਰ ਇੱਥੇ ਇੱਕ ਕੜਵੀ ਸੱਚਾਈ ਵੀ ਹੈ, ਸਿੱਖ ਆਗੂਆਂ ਦੀ ਸੋਚ ਨਾ ਮਿਲਣ ਕਰਕੇ ਜਨਰਲ ਬਘੇਲ ਸਿੰਘ ਨੂੰ ਇਹਦੇ ਬਾਰੇ ਦੁਬਾਰਾ ਸੋਚਣਾ ਪਿਆ, ਪਰ ਉਹ ਦੂਰ ਅੰਦੇਸ਼ੀ ਸਨ। ਉਹਨਾਂ ਨੇ ਸ਼ਾਹ ਆਲਮ ਨਾਲ ਇੱਕ ਸੰਧੀ ਕੀਤੀ। ਸ਼ਾਹ ਆਲਮ ਦੀਆਂ ਦੋ ਸ਼ਰਤਾਂ ਸਨ। ਪਹਿਲੀ ਸ਼ਰਤ ਕਿ ਉਹਦੀ ਜਾਨ ਬਖਸ਼ੀ ਜਾਏ, ਦੂਜੀ ਸ਼ਰਤ ਕਿ ਲਾਲ ਕਿਲੇ ਤੇ ਉਹਦਾ ਅਧਿਕਾਰ ਬਣਿਆ ਰਹੇ। ਸਰਦਾਰ ਬਘੇਲ ਸਿੰਘ ਨੇ ਉਹਨਾਂ ਦੀਆਂ ਦੋਨੋਂ ਸ਼ਰਤਾਂ ਮੰਨੀਆਂ, ਪਰ ਆਪਣੀਆਂ 4 ਸ਼ਰਤਾਂ ਨਾਲ ਮਨਵਾਈਆਂ। ਪਹਿਲੀ ਸ਼ਰਤ ਉਹਨਾਂ ਦੀ ਸੀ ਕਿ ਜਿਹੜੇ ਵੀ ਦਿੱਲੀ ਦੇ ਵਿੱਚ ਐਸੇ ਸਥਾਨ ਨੇ ਜਿਹੜੇ ਗੁਰੂ ਸਾਹਿਬਾਂ ਦੀ ਸ਼ਹਾਦਤ ਨਾਲ ਜਾਂ ਫੇਰੀ ਨਾਲ ਜੁੜੇ ਹੋਏ ਹਨ, ਉਹ ਸਿੱਖ ਪੰਥ ਨੂੰ ਦਿੱਤੇ ਜਾਣ। ਪਹਿਲੀ ਗੱਲ। ਦੂਸਰੀ ਗੱਲ, ਉਹ ਸਥਾਨਾਂ ਤੇ ਸਿੱਖ ਖਾਲਸਾ ਪੰਥ ਜਿਵੇਂ ਚਾਹੇ ਉੱਥੇ ਉਸਾਰੀ ਕਰੇ। ਤੀਸਰੀ ਸ਼ਰਤ ਕਿ ਸ਼ਹਿਰ ਦੀ ਚੁੰਗੀ ਚੋਂ 37.5% ਹਿੱਸਾ ਸਿੱਖ ਫੌਜ ਨੂੰ ਦਿੱਤਾ ਜਾਏ। ਤੇ ਚੌਥੀ ਸ਼ਰਤ ਕਿ 5000 ਸਿੱਖ ਫੌਜੀ ਇੱਥੇ ਦਿੱਲੀ 'ਚ ਤੈਨਾਤ ਰਹਿਣਗੇ ਜਦ ਤੱਕ ਗੁਰਦੁਆਰਿਆਂ ਦੀ ਉਸਾਰੀ ਪੂਰੀ ਨਹੀਂ ਹੋ ਜਾਂਦੀ, ਸਿੱਖ ਫੌਜ ਦਿੱਲੀ ਤੋਂ ਬਾਹਰ ਨਹੀਂ ਜਾਏਗੀ। ਉਸ ਦੂਰ ਅੰਦੇਸ਼ੀ ਦਾ ਸਦਕਾ ਅੱਜ ਸਾਡਾ ਇਤਿਹਾਸ ਜਿੰਦਾ ਹੈ, ਪਰ ਕੜਵੀ ਸੱਚਾਈ ਇਹ ਵੀ ਹੈ ਕਿ ਅਸੀਂ ਉਸ ਸੁਨਹਿਰੀ ਪਲ ਨੂੰ ਆਪਣੇ ਹੱਥੋਂ ਗਵਾਤਾ। ਅੱਜ ਅਸੀਂ ਉਸ ਇਤਿਹਾਸ 'ਚੋਂ ਕੀ ਸਬਕ ਲੈਂਦੇ ਹਾਂ? ਅਸੀਂ ਉਸ ਇਤਿਹਾਸ 'ਚੋਂ ਕੀ ਸਿੱਖਿਆ ਕਿ ਕੀ ਸਾਡੀ ਸੋਚ ਨਾ ਮਿਲਣ ਦਾ ਕਾਰਨ ਅਸੀਂ ਦਿੱਲੀ ਤੇ ਰਾਜ ਖੋਇਆ? ਕੀ ਸਾਡੀ ਸੋਚ ਨਾ ਮਿਲਣਾ ਇਹ ਸਾਡੀ ਆਗੂਆਂ ਦੀ ਗਲਤੀ ਸੀ ਕਿ ਜਾਂ ਸਾਡੀ ਕੌਮ ਦੀ ਇੱਕ ਪਰੰਪਰਾ ਬਣ ਚੁੱਕੀ ਹੈ? ਕੀ ਇਹ ਸਾਡੀ ਕੌਮ ਨੇ ਅੱਜ ਦੀ ਸਦਵੀ ਵਿੱਚ ਉਸ ਤੋਂ ਕੋਈ ਸਬਕ ਸਿੱਖਿਆ? ਇਹ ਗੱਲ ਮੈਂ ਤੁਹਾਡੇ ਤੇ ਛੱਡਦਾ। ਫਿਰ ਮਿਲਾਂਗੇ ਦੁਬਾਰਾ ਨਵੇਂ ਇਤਿਹਾਸ ਦੇ ਪੰਨਿਆਂ ਨਾਲ। ਸੋ ਇਸ ਪ੍ਰੋਗਰਾਮ ਰਾਹੀਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਦਿੱਲੀ ਦੇ ਵਿੱਚ ਵਾਪਰ ਰਹੀਆਂ ਸਿੱਖ ਗਤੀਵਿਧੀਆਂ ਦੀ तमाम ਜਾਣਕਾਰੀ ਤੁਹਾਨੂੰ ਦੇ ਸਕੀਏ। ਜੇਕਰ ਸਾਡੇ ਦਰਸ਼ਕ ਕੋਈ ਵੀ ਇਸ ਪ੍ਰੋਗਰਾਮ ਸੰਬੰਧੀ ਰਾਏ ਦੇਣਾ ਚਾਹੁੰਦੇ ਨੇ, ਕੋਈ ਵਿਚਾਰ ਨੇ ਇਸ ਪ੍ਰੋਗਰਾਮ ਸੰਬੰਧੀ, ਤਾਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ feedback@ptcnetwork.tv।
अगले हफ्ते फिर तो हाजिर होवांगे खास प्रोग्राम गूंजा सिख विरसे दियां लैके। तद तक लिए इजाजत दिओ। वाहिगुरू जी का खालसा, वाहिगुरू जी की फतेह। सत श्री अकाल।